हेलो फ्रेंड्स, वेलकम टू योर यूट्यूब चैनल इंग्लिश फैमिली 87। सो देखो इस वीडियो ਦੇ ਵਿੱਚ ਆਪਾਂ ਦੁਬਾਰਾ ਫੇਰ ਹਾਜ਼ਰ ਹਾਂ BA ਸਮੈਸਟਰ ਫਸਟ ਉਸ ਦਾ ਆਪਾਂ ਜਿਹੜੀ ਸ਼ਾਰਟ ਸਟੋਰੀ ਉਹ ਕੀਤੀ ਸੀ ਗ੍ਰੀਨ ਪੈਰਟਸ ਇਨ ਅ ਕੇਜ। ਉਸ ਸਟੋਰੀ ਦੀ ਆਪਾਂ ਸਮਰੀ ਪੰਜਾਬੀ ਦੇ ਵਿੱਚ ਤੁਹਾਨੂੰ ਉਹ ਵੀ ਸਮਝਾਈ ਹੈ। ਉਸ ਦਾ ਇੱਕ ਲੌਂਗ ਕੁਐਸਚਨ ਹੈ ਜਿਹੜਾ ਆਪਾਂ ਪਹਿਲਾਂ ਕਰ ਚੁੱਕੇ ਹਾਂ ਔਰ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਹੋਰ ਲੌਂਗ ਕੁਐਸਚਨ ਹੈ ਜਿਹੜਾ ਆਪਾਂ ਇਸ ਸ਼ਾਰਟ ਸਟੋਰੀ ਦਾ ਲੈ ਕੇ ਆਏ ਹਾਂ। ਜਿਹੜੀ ਆਪਾਂ ਇਸ ਸਟੋਰੀ ਦੀ ਸਮਰੀ ਅਤੇ ਇੱਕ ਲੌਂਗ ਕੁਐਸਚਨ ਪਹਿਲਾਂ ਕਰਵਾਇਆ ਹੈ ਉਹ ਤੁਸੀਂ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਉੱਥੇ ਉਸ ਨੂੰ ਦੇਖ ਸਕਦੇ ਹੋ। ਸੋ ਇਹ ਇਸ ਦਾ ਸੈਕੰਡ ਲੌਂਗ ਕੁਐਸਚਨ ਹੈ ਗ੍ਰੀਨ ਪੈਰਟਸ ਇਨ ਅ ਕੇਜ। ਸੋ ਦੇਖੋ ਆਪਣਾ ਕੁਐਸਚਨ ਹੈ ਵਾਈ ਡਿਡ ਦ ਨਰੇਟਰ ਸਡਨਲੀ ਬ੍ਰੇਕ ਡਾਊਨ ਵੈਨ ਸ਼ੀ ਰੀਚਡ ਦ ਸਾਇਲੈਂਟ ਔਰਚਰਡ। ਔਰਚਰਡ ਹੁੰਦਾ ਮਤਲਬ ਬਗੀਚਾ, ਗਾਰਡਨ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਨਰੇਟਰ ਹੈ ਉਹ ਇੱਕਦਮ ਸਡਨਲੀ ਅਚਾਨਕ ਹੀ ਬ੍ਰੇਕ ਡਾਊਨ ਹੋਣਾ, ਮਤਲਬ ਇੱਕਦਮ ਹੀ ਜਦ ਆਪਾਂ ਕਹਿੰਦੇ ਹਾਂ ਇੱਕਦਮ ਚੁੱਪ ਹੋ ਜਾਣਾ, ਇੱਕਦਮ ਨਿਰਾਸ਼ ਹੋ ਜਾਣਾ, ਹੈ ਨਾ, ਉਸ ਨੂੰ ਬੋਲਦੇ ਨੇ ਬ੍ਰੇਕ ਡਾਊਨ ਹੋ ਗਈ ਸੀ। ਵੈਨ ਸ਼ੀ ਰੀਚਡ ਦ ਸਾਇਲੈਂਟ ਔਰਚਰਡ, ਜਦੋਂ ਉਹ ਇੱਕ ਸਾਇਲੈਂਟ ਬਗੀਚੇ ਦੇ ਵਿੱਚ, ਗਾਰਡਨ ਦੇ ਵਿੱਚ ਚੁੱਪ ਚਪੀਤੇ ਜਾਂ ਆਪਾਂ ਕਹਿੰਦੇ ਹਾਂ ਵੀ ਸੁੰਨ ਸਰਾਈ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਬਿਲਕੁਲ ਉੱਥੇ ਪਹੁੰਚੀ, ਤਾਂ ਉਹ ਇਸ ਤਰ੍ਹਾਂ ਕਿਉਂ ਹੋ ਗਈ ਸੀ। ਸੋ ਦੇਖੋ ਆਪਾਂ ਆਨਸਰ ਕਰਦੇ ਹਾਂ, ਸਟਾਰਟ ਕਰਦੇ ਹਾਂ। ਵੈਨ ਦ ਨਰੇਟਰ ਆਸਕਡ ਹਿਜ਼ ਸਨ ਟੂ ਰਿਲੀਜ਼ ਦ ਪੈਰਟਸ, ਜਦੋਂ ਨਰੇਟਰ ਨੇ ਕਿਹਾ ਆਪਣੇ ਬੇਟੇ ਨੂੰ ਕਿ ਜਿਹੜੇ ਇਹ ਤੋਤੇ ਨੇ ਉਹਨਾਂ ਨੂੰ ਰਿਲੀਜ਼ ਕਰ ਦੇਵੇ, ਕਿ ਉਹਨਾਂ ਨੂੰ ਛੱਡ ਦੇਵੇ। ਜਿੱਦਾਂ ਕਿ ਆਪਾਂ ਕਹਾਣੀ ਦੇ ਵਿੱਚ ਪੜ੍ਹਿਆ ਉਹ ਆਪਣੇ ਬੇਟੇ ਦੇ ਲਈ ਦੋ ਜਿਹੜੇ ਪੈਰਟਸ ਨੇ ਉਹ ਖਰੀਦ ਕੇ ਦਿੰਦੀ ਹੈ ਆਪਣਾ ਜਿਹੜੀ ਨਰੇਟਰ ਹੈ। ਸੋ ਉਸ ਤੋਂ ਬਾਅਦ ਆਪਣੇ ਬੇਟੇ ਨੂੰ ਕਹਿੰਦੀ ਹੈ ਕਿ ਉਹਨਾਂ ਤੋਤਿਆਂ ਨੂੰ ਰਿਲੀਜ਼ ਕਰ ਦੇਵੇ, ਛੱਡ ਦੇਵੇ, ਪਿੰਜਰੇ ਦੇ ਵਿੱਚੋਂ ਆਜ਼ਾਦ ਕਰ ਦੇਵੇ। ਹਿਜ਼ ਸਨ ਵਾਜ਼ ਨੋਟ ਰੈਡੀ ਟੂ ਡੂ ਸੋ, ਪਰ ਉਸ ਦਾ ਜਿਹੜਾ ਬੇਟਾ ਹੈ ਉਹ ਅਜਿਹਾ ਕਰਨ ਦੇ ਲਈ ਤਿਆਰ ਨਹੀਂ ਸੀ, ਮਤਲਬ ਉਹ ਛੱਡਣਾ ਨਹੀਂ ਚਾਹੁੰਦਾ ਸੀ ਤੋਤਿਆਂ ਨੂੰ। ਬਟ ਦ ਨਰੇਟਰ ਹੈਡ ਡਿਸਾਈਡਡ ਟੂ ਫਰੀ ਦ ਪੈਰਟਸ, ਪਰ ਜਿਹੜੀ ਨਰੇਟਰ ਹੈ ਉਹ ਫੈਸਲਾ ਲੈ ਚੁੱਕੀ ਸੀ ਕਿ ਤੋਤਿਆਂ ਨੂੰ ਫਰੀ ਕਰਨਾ ਹੈ, ਆਜ਼ਾਦ ਕਰਨਾ ਹੀ ਕਰਨਾ, ਉਹ ਡਿਸਾਈਡ ਕਰ ਚੁੱਕੀ ਸੀ। ਐਟ ਫਸਟ, ਪਹਿਲਾਂ ਸ਼ੀ ਥਾਊਟ ਦੈਟ ਸ਼ੀ ਵੁੱਡ ਲੀਵ ਦ ਪੈਰਟਸ ਔਨ ਦ ਟੈਰਸ, ਪਹਿਲਾਂ ਉਸਨੇ ਸੋਚਿਆ, ਐਟ ਫਸਟ ਉਸਨੇ ਸੋਚਿਆ ਨਰੇਟਰ ਨੇ, ਸ਼ੀ ਥਾਊਟ ਦੈਟ ਸ਼ੀ ਵੁੱਡ ਲੀਵ ਦ ਪੈਰਟਸ ਔਨ ਦ ਟੈਰਸ, ਕਿ ਉਹ ਜਿਹੜੇ ਤੋਤੇ ਨੇ ਉਹਨਾਂ ਨੂੰ ਟੈਰਸ ਦੇ ਉੱਪਰ, ਛੱਤ ਦੇ ਉੱਪਰ ਛੱਡ ਦੇਵੇਗੀ, ਆਪਣੀ ਘਰ ਦੀ ਛੱਤ ਦੇ ਉੱਪਰ। ਬਟ ਦ ਨਰੇਟਰਜ਼ ਮਦਰ ਸੈਡ ਦੈਟ, ਪਰ ਉਸ ਦੀ ਨਰੇਟਰ ਦੀ ਮਾਤਾ ਨੇ ਕਿਹਾ ਔਨ ਦ ਟੈਰਸ, ਕਿ ਟੈਰਸ ਦੇ ਉੱਪਰ ਕੈਟਸ ਵੁੱਡ ਈਟ ਦ ਪੈਰਟਸ, ਕਿ ਉੱਥੇ ਜਿਹੜੇ ਬਿੱਲੀਆਂ ਨੇ ਉਹ ਤੋਤਿਆਂ ਨੂੰ ਖਾ ਜਾਣਗੀਆਂ, ਕਿ ਛੱਤ ਦੇ ਉੱਪਰ ਜਿਹੜੇ ਬਿੱਲੀਆਂ ਨੇ ਉਹ ਤੋਤਿਆਂ ਨੂੰ ਖਾ ਜਾਣਗੀਆਂ। ਦੈਨ ਦ ਨਰੇਟਰ ਥਾਊਟ, ਉਸ ਤੋਂ ਬਾਅਦ ਨਰੇਟਰ ਨੇ ਸੋਚਿਆ ਅਬਾਊਟ ਲੀਵਿੰਗ ਦ ਪੈਰਟਸ ਔਨ ਅ ਟਰੀ, ਤਾਂ ਉਸਨੇ ਸੋਚਿਆ ਕਿ ਉਸਦੇ ਘਰ ਦੇ ਨੇੜੇ ਜੋ ਇੱਕ ਦਰਖਤ ਹੈ ਉੱਥੇ ਛੱਡ ਦੇਵੇਗੀ ਤੋਤਿਆਂ ਨੂੰ। ਅ ਲਾਰਜ ਨੰਬਰ ਆਫ ਪਿਗਨਸ ਹੁੰਦੇ ਨੇ ਮਤਲਬ ਕਬੂਤਰ, ਐਂਡ ਵਨ ਪੀਕੌਕ ਲਿਵਡ ਇਨ ਦੈਟ ਟਰੀ, ਉੱਥੇ ਕਹਿੰਦੇ ਬਹੁਤ ਸਾਰੇ ਕਬੂਤਰ ਅਤੇ ਇੱਕ ਮੋਰ ਹੈ ਜਿਹੜਾ ਉਹ ਵੀ ਉੱਥੇ ਰਹਿੰਦਾ ਸੀਗਾ ਉਸ ਦਰਖਤ ਦੇ, ਜਿਸ ਦਰਖਤ ਤੇ ਮਤਲਬ ਉਹ ਛੱਡਣਾ ਚਾਹੁੰਦੀ ਸੀ ਤੋਤਿਆਂ ਨੂੰ। ਸੋ ਇਟ ਵਾਜ਼ ਨੋਟ ਸੇਫ ਟੂ ਲੀਵ ਦ ਪੈਰਟਸ ਹੇਅਰ, ਸੋ ਇੱਥੇ ਤੋਤਿਆਂ ਨੂੰ ਛੱਡਣਾ ਕਹਿੰਦੇ ਸੇਫ ਨਹੀਂ ਹੈਗਾ ਕਿਉਂਕਿ ਉਹ ਖਾ ਜਾਣਗੇ ਉਹਨਾਂ ਨੂੰ, ਤੋਤਿਆਂ ਨੂੰ, ਮੋਰ ਤੇ ਜਿਹੜੇ ਉਹ ਨੇ ਕਬੂਤਰ ਨੇ। ਦ ਨਰੇਟਰ, ਦੋ ਵਾਰ ਦ ਆ ਗਿਆ, ਸਿੰਗਲ ਦ ਨਰੇਟਰ ਥਾਊਟ, ਨਰੇਟਰ ਨੇ ਸੋਚਿਆ ਦੈਟ ਅ ਲਾਰਜ ਔਰਚਰਡ ਵੁੱਡ ਬੀ ਪਰਫੈਕਟ ਫਾਰ ਪੈਰਟਸ, ਤਾਂ ਉਸ ਤੋਂ ਬਾਅਦ ਨਰੇਟਰ ਨੇ ਸੋਚਿਆ ਕਿ ਜਿਹੜਾ ਬਹੁਤ ਵੱਡਾ ਬਗੀਚਾ ਹੈਗਾ ਹੈ ਨਾ, ਗਾਰਡਨ ਹੈ, ਉੱਥੇ ਤੋਤਿਆਂ ਨੂੰ ਛੱਡਣਾ ਕਹਿੰਦੇ ਸੇਫ ਹੋਊਗਾ ਬਿਲਕੁਲ, ਮਤਲਬ ਉੱਥੇ ਛੱਡਿਆ ਜਾਵੇ। ਥਸ ਦ ਨਰੇਟਰ ਡਿਸਾਈਡਡ ਟੂ ਮੂਵ ਆਊਟ ਆਫ ਟਾਊਨ ਟੂ ਹਿਜ਼ ਔਰਚਰਡ, ਉਸ ਤੋਂ ਬਾਅਦ ਨਰੇਟਰ ਹੈ ਜਿਹੜੀ ਉਹ ਡਿਸਾਈਡ ਕਰਦੀ ਹੈ ਕਿ ਉਹ ਆਪਣੇ ਘਰ ਤੋਂ ਬਾਹਰ, ਸਿਟੀ ਤੋਂ ਬਾਹਰ, ਟਾਊਨ ਤੋਂ ਬਾਹਰ ਜਾ ਕੇ ਆਪਣੇ ਉੱਥੇ ਜਿਹੜਾ ਬਗੀਚਾ ਹੈ ਉਸ ਦੇ ਵਿੱਚ ਜਾਵੇਗੀ। ਬਟ ਦਿ ਸਿਚੁਏਸ਼ਨ ਇਨ ਦ ਟਾਊਨ ਵਾਜ਼ ਸੀਰੀਅਸ, ਪਰ ਟਾਊਨ ਦੇ ਵਿੱਚ ਜਿਹੜੀ ਸਿਚੁਏਸ਼ਨ ਸੀਗੀ ਉਹ ਥੋੜ੍ਹੀ ਸੀਰੀਅਸ ਸੀ, ਕਿਉਂਕਿ ਜਿਹੜਾ ਇਹ ਟਾਈਮ ਸੀਗਾ ਇਹ ਵੰਡ ਦਾ ਟਾਈਮ ਸੀ, ਜਿਸ ਤਰ੍ਹਾਂ ਕਿ ਆਪਾਂ ਸਮਰੀ ਦੇ ਵਿੱਚ ਪੜ੍ਹਿਆ, ਕਿਉਂਕਿ ਸਿਚੁਏਸ਼ਨ ਬਹੁਤ ਜ਼ਿਆਦਾ ਕ੍ਰਿਟੀਕਲ ਸੀਗੀ। ਮਤਲਬ ਲੋਕ ਨੇ ਜਿਹੜੇ ਬਾਹਰ ਨਿਕਲਣਾ ਸੇਫ ਨਹੀਂ ਮੰਨਦੇ ਸੀਗੇ, ਲੋਕਾਂ ਦੀ ਮਾਰ ਕੁੱਟ ਵੀ ਹੁੰਦੀ ਸੀਗੀ, ਮਾਰ ਕੁਟਾਈ ਹੋ ਸਕਦੀ ਸੀਗੀ, ਕਿਉਂਕਿ ਜਿਹੜਾ ਆਪਣਾ ਯੁੱਧ ਦਾ ਸਮਾਂ ਸੀਗਾ ਉਸ ਤੋਂ ਬਾਅਦ ਜਿਹੜੀ ਵੰਡ ਹੋਈ ਸੀ, ਦੇਸ਼ ਦੀ ਵੰਡ, ਉਹ ਟਾਈਮ ਸੀਗਾ, ਦੇਸ਼ ਦੀ ਵੰਡ ਵੇਲੇ ਇੱਕ ਦੂਸਰੇ ਨੂੰ ਮਾਰਿਆ ਕੁੱਟਿਆ ਜਾਂਦਾ ਸੀਗਾ, ਤਾਂ ਇਸ ਲਈ ਸੇਫ ਨਹੀਂ ਸੀਗਾ ਟਾਊਨ ਤੋਂ ਬਾਹਰ ਨਿਕਲਣਾ। ਦੀਨ ਮੁਹੰਮਦ ਹੂ ਹੈਡ ਬੀਨ ਵਿਦ ਦ ਨਰੇਟਰਸ ਫੈਮਿਲੀ, ਦੀਨ ਮੁਹੰਮਦ ਨਾਂ ਦਾ ਇੱਕ ਕਰੈਕਟਰ ਜੋ ਕਿ ਨਰੇਟਰ ਦੀ ਫੈਮਿਲੀ ਦੇ ਨਾਲ ਹੀ ਰਹਿੰਦਾ ਸੀਗਾ, ਐਡਵਾਈਜ਼ਡ ਦੈਟ ਇਟ ਵਾਜ਼ ਨੋਟ ਸੇਫ ਟੂ ਮੂਵ ਆਊਟ ਆਫ ਦ ਟਾਊਨ, ਕਿ ਟਾਊਨ ਤੋਂ ਬਾਹਰ ਜਾਣਾ, ਸ਼ਹਿਰ ਤੋਂ ਬਾਹਰ ਜਾ ਕੇ ਬਗੀਚੇ ਦੇ ਵਿੱਚ ਜਾਣਾ ਕਹਿੰਦਾ ਸੇਫ ਨਹੀਂ ਹੈਗਾ, ਦੀਨ ਮੁਹੰਮਦ ਨੇ ਕਿਹਾ।
बट द नरेटर डिडंट एग्री, पर जी नरेटर है वो एग्री नहीं हुई बिल्कुल भी। द नरेटर वेंट टू द ऑर्चर्ड, जी नरेटर है वो गई, वो बगीचे दे विच गई। एंड देयर द ब्यूटी ऑफ ऑर्चर्ड मेड हर इमोशनल, पर ਜਿਹੜੀ ਉੱਥੇ ਬਗੀਚੇ ਦੀ ਬਿਊਟੀ ਸੀਗੀ, ਜਦੋਂ ਉਹ ਬਗੀਚੇ ਦੇ ਵਿੱਚ ਪਹੁੰਚੀ ਤੋਤਿਆਂ ਨੂੰ ਲੈ ਕੇ ਉੱਥੇ ਉਹਨਾਂ ਨੂੰ ਛੱਡਣ ਦੇ ਲਈ, ਤਾਂ ਉਸ ਗਾਰਡਨ ਦੀ ਬਗੀਚੇ ਦੀ ਜਿਹੜੀ ਬਿਊਟੀ ਸੀ ਉਸਨੇ ਉਸ ਨੂੰ ਇਮੋਸ਼ਨਲ ਕਰਤਾ ਨਰੇਟਰ ਨੂੰ। ਫਾਈਨਲੀ ਸ਼ੀ ਓਪਨਡ ਦ ਕੇਜ, ਤਾਂ ਫਾਈਨਲੀ ਆਖਿਰਕਾਰ ਉਸਨੇ ਕੀ ਕਰਿਆ, ਬਗੀਚੇ ਦੇ ਵਿੱਚ ਜਾ ਕੇ ਉੱਥੇ ਜਿਹੜਾ ਕੇਜ ਸੀਗਾ, ਪਿੰਜਰਾ ਸੀ, ਉਹ ਖੋਲ੍ਹ ਦਿੱਤਾ ਜਿਸ ਦੇ ਵਿੱਚ ਤੋਤੇ ਕੈਦ ਸੀ। ਸ਼ੀ ਐਂਡ ਹਰ ਸਨ ਸੈਟ ਦੇਅਰ ਵਾਈਲ ਦ ਪੈਰਟਸ ਕੇਮ ਆਊਟ ਆਫ ਦ ਕੇਜ, ਮਤਲਬ ਜਦੋਂ ਤੱਕ ਕਿ ਤੋਤੇ ਪਿੰਜਰੇ ਚੋਂ ਬਾਹਰ ਆਉਂਦੇ ਉਹਨਾਂ ਦੀ ਉਡੀਕ ਕਰਨ ਦੇ ਲਈ, ਉਹ ਐਂਡ ਉਸ ਦਾ ਜਿਹੜਾ ਬੇਟਾ ਸੀਗਾ ਉਹ ਉੱਥੇ ਬੈਠੇ ਰਹੇ, ਇੰਤਜ਼ਾਰ ਕਰਨ ਲੱਗੇ ਕਿ ਤੋਤੇ ਬਾਹਰ ਆਉਣਗੇ ਪਿੰਜਰੇ ਦੇ ਵਿੱਚੋਂ। ਦੇਅਰ ਵਾਜ਼ ਅ ਫੀਲਿੰਗ ਆਫ ਫੀਅਰ ਇਨ ਦ ਆਈਜ਼ ਆਫ ਦ ਬਰਡਸ, ਸੋ ਜਿਹੜੇ ਪੰਛੀ ਸੀਗੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਥੋੜ੍ਹਾ ਜਿਹਾ ਇੱਕ ਡਰ ਹੈ ਜਿਹੜਾ ਉਹ ਦਿਖਾਈ ਦੇ ਰਿਹਾ ਸੀ, ਇਸ ਲਈ ਉਹ ਪਿੰਜਰੇ ਦੇ ਵਿੱਚੋਂ, ਕੇਜ ਦੇ ਵਿੱਚੋਂ ਇੱਕਦਮ ਬਾਹਰ ਨਹੀਂ ਆ ਰਹੇ ਸੀਗੇ। ਹਾਊਐਵਰ, ਪਰੰਤੂ ਆਫਟਰ ਸਮ ਟਾਈਮ, ਕੁਝ ਸਮੇਂ ਬਾਅਦ, ਦੇ ਕੇਮ ਆਊਟ ਆਫ ਦ ਕੇਜ ਐਂਡ ਫਲਿਊ ਇਨਟੂ ਦ ਸਕਾਈ, ਤਾਂ ਥੋੜੇ ਸਮੇਂ ਬਾਅਦ ਕੀ ਹੋਇਆ, ਜਿਹੜੇ ਪੰਛੀ ਨੇ ਉਹ ਪਿੰਜਰੇ ਦੇ ਵਿੱਚੋਂ ਬਾਹਰ ਆਏ ਤੋਤੇ, ਅਤੇ ਹਵਾ ਦੇ ਵਿੱਚ ਉੱਡ ਗਏ। ਵਿਦਆਊਟ ਸੇਇੰਗ ਗੁੱਡ ਬਾਏ, ਬਿਨਾਂ ਗੁੱਡ ਬਾਏ ਕਹੇ ਹੀ, ਮਤਲਬ ਬਿਨਾਂ ਅਲਵਿਦਾ ਲਏ ਉਹ ਪਿੰਜਰੇ ਦੇ ਵਿੱਚੋਂ ਨਿਕਲ ਕੇ ਉੱਡ ਗਏ। ਦ ਨਰੇਟਰ ਫੈਲਟ ਸੈਡ, ਜਿਹੜੀ ਨਰੇਟਰ ਸੀ ਉਹ ਮਤਲਬ ਬਹੁਤ ਸੈਡ ਹੈ ਜਿਹੜਾ ਉਸਨੇ ਫੀਲ ਕੀਤਾ। ਆਫਟਰ ਅ ਵਾਈਲ, ਕੁਝ ਸਮੇਂ ਬਾਅਦ, ਜਾਂ ਤੁਸੀਂ ਆਫਟਰ ਸਮ ਟਾਈਮ ਵੀ ਕਹਿ ਸਕਦੇ ਹੋ। ਆਫਟਰ ਸਮ ਟਾਈਮ ਸ਼ੀ ਲੈਫਟ ਦ ਗਾਰਡਨ, ਕੁਝ ਸਮੇਂ ਬਾਅਦ ਉਸਨੇ ਵੀ ਉਹ ਗਾਰਡਨ ਹੈ ਮਤਲਬ ਛੱਡ ਕੇ ਆਪਣੇ ਘਰ ਚਲੀ ਗਈ। ਬਿਕੋਜ਼ ਨਾਓ ਸ਼ੀ ਡਿਡੰਟ ਲਾਈਕ ਦੈਟ ਔਰਚਰਡ ਐਨੀ ਮੋਰ, ਕਿਉਂਕਿ ਹੁਣ ਉਹ ਜਿਹੜਾ ਗਾਰਡਨ ਸੀਗਾ ਉਸ ਨੂੰ ਚੰਗਾ ਨਹੀਂ ਲੱਗਦਾ ਸੀਗਾ, ਮਤਲਬ ਉਸ ਨੂੰ ਹੁਣ ਉਹ ਪਸੰਦ ਨਹੀਂ ਕਰਦੀ ਸੀਗੀ। ਉਸ ਨੂੰ ਉਹ ਜਿਹੜਾ ਗਾਰਡਨ ਹੈ ਸੁੰਦਰ ਲੱਗਣਾ ਬੰਦ ਹੋ ਗਿਆ ਜਦੋਂ ਜਿਹੜੇ ਪੈਰਟਸ ਨੇ ਉਹ ਕੇਜ ਦੇ ਵਿੱਚੋਂ ਨਿਕਲ ਕੇ ਬਿਨਾਂ ਗੁੱਡ ਬਾਏ ਕਹੇ ਉੱਥੋਂ ਚਲੇ ਗਏ। ਸੋ ਇਹ ਸੀਗਾ ਸਿਰਫ ਇੰਨਾ ਕਿ ਮਤਲਬ ਥੋੜ੍ਹਾ ਸ਼ਾਰਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਜੇਕਰ ਤੁਸੀਂ ਇਸ ਨੂੰ ਥੋੜ੍ਹਾ ਵੱਡਾ ਕਰਨਾ ਹੋਵੇ ਤਾਂ ਤੁਸੀਂ ਜਿਹੜਾ ਆਪਾਂ ਪਹਿਲਾਂ ਕੁਐਸਚਨ ਕੀਤਾ ਹੈ ਉਸ ਦੇ ਵਿੱਚੋਂ ਵੀ 1-2 ਲਾਈਨਾਂ ਨੇ ਜਿਹੜੀਆਂ ਉਹ ਐਡ ਕਰ ਸਕਦੇ ਹੋ, ਔਰ ਇਸ ਤੋਂ ਬਾਅਦ ਇਸ ਦੇ ਸ਼ਾਰਟ ਕੁਐਸਚਨ ਨੇ ਜਿਹੜੇ ਉਹ ਆਪਾਂ ਕਰਾਂਗੇ, ਉਹਨਾਂ ਦੇ ਵਿੱਚੋਂ ਵੀ ਤੁਸੀਂ 1-2 ਲਾਈਨ ਜਿੱਥੇ ਤੁਹਾਨੂੰ ਸੂਟੇਬਲ ਲੱਗਦੀ ਹੈ ਤੁਸੀਂ ਉਸ ਦੇ ਵਿੱਚੋਂ ਲਾਈਨਾਂ ਲੈ ਕੇ ਇਸ ਦੇ ਵਿੱਚ ਐਡ ਕਰਨਾ ਚਾਹੋ ਤਾਂ ਐਡ ਕਰ ਸਕਦੇ ਹੋ। ਅਦਰਵਾਈਜ਼ ਇਹ ਵੀ ਸਫੀਸ਼ੀਐਂਟ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਇਸ ਦੀ ਲੈਂਥ ਵੀ ਬਹੁਤ ਹੈ, ਥੋੜ੍ਹਾ ਭੀੜਾ ਹੀ ਲਿਖਿਆ ਹੋਇਆ, ਜੋ ਤੁਸੀਂ ਪੇਪਰ ਦੇ ਵਿੱਚ ਲਿਖੋਗੇ ਤਾਂ ਲਗਭਗ 2-2.5 ਸ਼ੀਟਸ ਦੇ ਉੱਪਰ ਇਹ ਆਰਾਮ ਨਾਲ ਆ ਜਾਏਗਾ। ਸੋ ਆਈ ਹੋਪ ਕਿ ਤੁਹਾਨੂੰ ਆਸਾਨ ਲੱਗਿਆ ਹੋਵੇਗਾ। ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੈ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ, ਔਰ ਜੇਕਰ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।